हेलो एवरीवन, वेलकम टू माय यूट्यूब चैनल। दोस्तों क्लास 6 चैप्टर 4 लैके आए पॉलिटी का। की नाम है डेमोक्रेटिक गवर्नमेंट। ओके, साउथ पीपल अफ्रीका ऑफ सेवरल इज अ कंट्री रेसिस देयर दैट हैज़ ब्लैक पीपल हु बिलोंग टू साउथ अफ्रीका। देखो ਜਿਹੜੇ ਸਾਊਥ ਅਫਰੀਕਾ ਹੈਗਾ ਆਪਣਾ ਏਰੀਆ, ਇਹਦੇ ਵਿੱਚ ਕਾਫੀ ਰੇਸਿਜ਼ਮ ਹੈਗਾ। ਠੀਕ ਹੈ, ਇਹਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਕਲਰਸ ਦੇ ਲੋਕ ਰਹਿੰਦੇ ਨੇ। ਜਿਵੇਂ ਕਿ ਜਿਹੜੇ ਬਲੈਕ ਪੀਪਲ ਨੇਗੇ ਉਹ ਕਿਹੜੇ ਨੇ, ਬਿਲੋਂਗ ਟੂ ਸਾਊਥ ਅਫਰੀਕਾ, ਉਹ ਉੱਥੋਂ ਦੇ ਨੇਟਿਵ ਪੀਪਲ ਨੇਗੇ। ਵਾਈਟ ਹੂ ਕਮ ਦੇਅਰ ਟੂ ਸੈਟਲ, ਜਿਹੜੇ ਵਾਈਟ ਸੀਗੇ ਉਹ ਉੱਥੇ ਸੈਟਲ ਹੋਣ ਲਈ ਆਏ ਸੀ ਜਾਂ ਫਿਰ ਰਾਜ ਕਰਨ ਲਈ ਆਏ ਸੀ। ਓਕੇ, ਐਂਡ ਇੰਡੀਅਨਸ ਹੂ ਕਮ ਐਜ਼ ਲੇਬਰਰਸ ਐਂਡ ਟ੍ਰੇਡਰਸ, ਜਿਹੜੇ ਇੰਡੀਅਨ ਸੀ ਉਹ ਕਹਿੰਦੇ ਮਜ਼ਦੂਰੀ ਜਾਂ ਫਿਰ ਕੋਈ ਵਪਾਰ ਕਰਨ ਦੇ ਤੌਰ ਤੇ ਆਏ ਸੀਗੇ। ਓਕੇ, ਸਾਊਥ ਅਫਰੀਕਾ ਵਾਸ ਅਰਲੀ ਗਵਰਨਮੈਂਟ ਬਾਈ ਐਪਰਥਾਈਡ ਲੋਸ। ਜਿਹੜੇ ਸਾਊਥ ਅਫਰੀਕਾ ਸੀ ਜਿਹੜਾ ਉਹ ਪਹਿਲਾਂ ਐਪਰਥਾਈਡ ਲੋਜ਼ ਦੁਆਰਾ ਗਵਰਨ ਕੀਤਾ ਜਾਂਦਾ ਸੀ। ਐਪਰਥਾਈਡ ਲੋ ਮੀਨਸ ਸੈਪਰੇਸ਼ਨ ਔਨ ਦਾ ਬੇਸਿਸ ਆਫ ਰੇਸ। ਜਿਹੜਾ ਇਹਦਾ ਮੀਨਿੰਗ ਕੀ ਹੈ ਕਿ ਕੋਈ ਜਿਹੜੇ ਲੋਜ਼ ਨੇ ਉਹ ਰੇਸਿਸ ਬੇਸ ਤੇ ਜਾਂ ਫਿਰ ਕਲਰ ਬੇਸ ਤੇ ਅਲੱਗ-ਅਲੱਗ ਹੋਣਗੇ। ਸਾਊਥ ਅਫਰੀਕਨ ਪੀਪਲ ਵਰ ਡਿਵਾਈਡਡ ਇਨਟੂ ਵਾਈਟ, ਬਲੈਕ, ਇੰਡੀਅਨ ਐਂਡ ਕਲਰਡ ਰੇਸਿਸ। ਜਿਹੜੇ ਸਾਊਥ ਅਫਰੀਕਾ ਪੀਪਲ ਸੀ ਜਿਹੜੇ ਉਹ ਅਲੱਗ-ਅਲੱਗ ਕਲਰ ਦੇ ਬੇਸ 'ਤੇ ਡਿਵਾਈਡ ਹੋਏ ਸੀ, ਜਿਵੇਂ ਕਿ ਵਾਈਟ ਹੋ ਗਿਆ, ਬਲੈਕ ਹੋ ਗਿਆ, ਇੰਡੀਅਨ ਕਲਰ ਹੋ ਗਿਆ ਜਾਂ ਕੋਈ ਵੀ ਹੋਰ ਕਲਰ ਦੇਗਾ ਜਿਸ ਤਰ੍ਹਾਂ ਵੀ। ਓਕੇ, ਅਕੋਰਡਿੰਗ ਟੂ ਦ ਲਾ ਥੀਸ ਰੇਸਿਸ ਵਰ ਨੋਟ ਅਲਾਉਡ ਟੂ ਮਿੰਗਲ ਵਿਦ ਈਚ ਅਦਰ, ਟੂ ਲਿਵ ਨੀਅਰ ਈਚ ਅਦਰ ਔਰ ਈਵਨ ਟੂ ਯੂਜ਼ ਕਾਮਨ ਫੈਸਿਲਿਟੀਜ਼। ਜਿਹੜੇ ਇਹ ਲੋਕ ਸੀਗੇ, ਜਿਹੜੇ ਅਲੱਗ-ਅਲੱਗ ਤਰ੍ਹਾਂ ਦੇ ਰੇਸਿਸ ਦੇ ਲੋਕ ਸੀਗੇ, ਇਹਨਾਂ ਨੂੰ ਇੱਕ ਦੂਜੇ ਨਾਲ ਮਿਲਣ ਦਾ ਵੀ ਇਜਾਜ਼ਤ ਨਹੀਂ ਸੀ। ਇਹ ਇਕੱਠੇ ਰਹਿ ਨਹੀਂ ਸਕਦੇ ਸੀ। ਈਵਨਲੀ ਜਿਹੜੀ ਕਾਮਨ ਫੈਸਿਲਿਟੀਜ਼ ਨੇ ਉਹ ਵੀ ਨਹੀਂ ਯੂਜ਼ ਕਰ ਸਕਦੇ ਸੀਗੇ। ਓਕੇ, ਦੇਖੋ ਇਹ ਚੀਜ਼, ਐਨ ਐਂਬੂਲੈਂਸ ਮਿੰਟ ਫॉर ਵਾਈਟ ਪੀਪਲ ਵੁੱਡ ਆਲਵੇਜ਼ ਬੀ ਵੈਲ ਇਕੁਇਪਡ ਵਾਈਲ ਵਨ ਮਿੰਟ ਫॉर ਬਲੈਕ ਪੀਪਲ ਵਾਸ ਨੋਟ। ਜਿਹੜੀ ਵਾਈਟ ਪੀਪਲ ਦੀ ਐਂਬੂਲੈਂਸ ਸੀਗੀ ਉਹ ਪ੍ਰੋਪਰ ਉਹਦੇ ਵਿੱਚ ਇੰਸਟਰੂਮੈਂਟਸ ਵਗੈਰਾ ਲੱਗੀ ਹੁੰਦੀ ਸੀ, ਪ੍ਰੋਪਰ ਗਲੂਕੋਜ਼, ਆਕਸੀਜਨ ਵਗੈਰਾ ਸਭ ਕੁਛ ਹੋ ਗਈ। ਬਟ ਜਿਹੜੀ ਬਲੈਕ ਪੀਪਲ ਹੈ ਉਹਨਾਂ ਲਈ ਇਹ ਕੁਛ ਵੀ ਨਹੀਂ ਹੋਣਾ ਸੀਗਾ। ਦੇਰ ਵਰ ਸੈਪਰੇਟ ਟ੍ਰੇਨਸ ਐਂਡ ਬੱਸਿਸ। ਵਾਈਟ ਪੀਪਲ ਲਈ ਅਲੱਗ ਟ੍ਰੇਨ ਸੀਗੀਆਂ ਤੇ ਬਲੈਕ ਲਈ ਅਲੱਗ ਬੱਸ ਟ੍ਰੇਨ ਸੀਗੀਆਂ। ਈਵਨ ਦਾ ਬੱਸ ਸਟੋਪਸ ਵਰ ਡਿਫਰੈਂਟ ਫॉर ਬਲੈਕ ਐਂਡ ਵਾਈਟ। ਜਿਹੜੇ ਬੱਸ ਸਟੋਪ ਸੀਗੇ ਉਹ ਵੀ ਉਹਨਾਂ ਲਈ ਅਲੱਗ ਸੀਗੇ। ਨੋਨ ਵਾਈਟਸ ਵਰ ਨੋਟ ਅਲਾਉਡ ਟੂ ਵੋਟ। ਜਿਹੜੇ ਵਾਈਟ ਤੋਂ ਇਲਾਵਾ ਸੀ ਜਿਹੜੇ ਕੋਈ ਵੀ, ਉਹਨੂੰ ਵੋਟ ਪਾਉਣ ਦਾ ਅਧਿਕਾਰ ਨਹੀਂ ਸੀਗਾ। ਦ ਬੈਸਟ ਲੈਂਡ ਇਨ ਦ ਕੰਟਰੀ ਵਾਸ ਰਿਜ਼ਰਵ ਫॉर ਦ ਵਾਈਟ ਪੀਪਲ ਐਂਡ ਨੋਨ ਵਾਈਟ ਹੈਡ ਟੂ ਲਿਵ ਦ ਵਰਸਟ ਅਵੇਲੇਬਲ ਲੈਂਡ। ਜਿਹੜੇ ਸਭ ਤੋਂ ਵਧੀਆ ਜਗ੍ਹਾ ਹੁੰਦੀ ਸੀ ਉਹ ਵਾਈਟ ਪੀਪਲ ਲਈ ਰਿਜ਼ਰਵ ਹੁੰਦੀ ਸੀ। ਜਿਹੜੇ ਨੋਨ ਵਾਈਟ ਹੁੰਦੇ ਸੀਗੇ ਉਹਨਾਂ ਨੂੰ ਸਭ ਤੋਂ ਘਟੀਆ ਜ਼ਮੀਨ ਦੇ ਉੱਤੇ ਰਹਿਣਾ ਪੈਂਦਾ ਸੀ। ਦਸ ਬਲੈਕ ਐਂਡ ਕਲਰਡ ਪੀਪਲ ਵਰ ਨੋਟ ਕੰਸੀਡਰਡ ਐਜ਼ ਇਕੁਅਲ ਟੂ ਵਾਈਟਸ। ਇਸ ਕਰਕੇ ਜਿਹੜੇ ਬਲੈਕ ਸੀਗੇ, ਬਲੈਕ ਜਾਂ ਫਿਰ ਹੋਰ ਕੋਈ ਕਲਰ ਦੇ ਪੀਪਲ ਸੀਗੇ, ਉਹਨਾਂ ਨੂੰ ਇਕੁਅਲੀ ਟ੍ਰੀਟ ਨਹੀਂ ਕੀਤਾ ਜਾਂਦਾ ਸੀਗਾ। ਦੇਖੋ ਇਸ ਅੱਗੇ ਇਹ ਚੀਜ਼ MCQ ਬਣਦੇ ਨੇ ਇਹਦੇ ਵਿੱਚ। Hector and other school students were being forced to learn the language but they want to learn their own language Zulu। ਜਿਹੜੇ ਹੈਕਟਰ ਸੀਗਾ ਇੱਕ ਮਸ਼ਹੂਰ ਹੋਏ ਇਹਨੂੰ ਫੋਰਸ ਕੀਤਾ ਗਿਆ ਅਲੱਗ ਲੈਂਗੁਏਜ ਸਿੱਖਣ ਲਈ, ਪਰ ਇਹ ਕੀ ਸੀ, ਆਪਦੀ ਨੇਟਿਵ ਲੈਂਗੁਏਜ। ਮਤਲਬ ਉਹਦੇ ਕੀ ਮਤਲਬ ਪੈਂਦਾ, ਜਿਹੜੀ ਸਾਊਥ ਅਫਰੀਕਾ ਦੀ ਨੇਟਿਵ ਲੈਂਗੁਏਜ ਕਿਹੜੀ ਹੈਗੀ, ਜ਼ੂਲੂ। ਓਕੇ, the South African police beat up the protester mercilessly and shoot at the crowd. One of the bullets killed Hector। ਜਿਹੜਾ ਉਹਨਾਂ ਪੁਲਿਸ ਨੇ ਕੀ ਸੀ, ਗੋਲੀਆਂ ਵਗੈਰਾ ਚਲਾਈਆਂ ਸੀ ਪ੍ਰੋਟੈਸਟਰਸ ਤੇ, ਜਿਨ੍ਹਾਂ ਵਿੱਚ ਜਿਹੜੀ ਗੋਲੀਆਂ ਸੀਗੀਆਂ ਇਸ ਹੈਕਟਰ ਨਾਮ ਦੇ ਪਰਸਨ ਨੇ ਲੱਗੀਆਂ। This was on 11 June 1976। ਇਹ ਕਦੋਂ ਹੋਇਆ, 1976 ਦੇ ਵਿੱਚ ਹੋਇਆ ਹੈਗਾ। The African National Congress, a group of people who lead the struggle against apartheid, and there were most well-known leader Nelson Mandela fought the apartheid system for several years। ਇਸ ਦਾ ਜਿਹੜਾ ਕਿਹੜੀ ਪਾਰਟੀ ਕੀ ਨਾਮ ਹੈ, ਅਫਰੀਕਨ ਨੈਸ਼ਨਲ ਕਾਂਗਰਸ। ਓਕੇ, ਇੱਕ ਤਾਂ ਇੱਕ ਕੁਐਸਚਨ ਇੰਪੋਰਟੈਂਟ ਹੈ। ਓਕੇ, ਇਹਨਾਂ ਵਿੱਚੋਂ ਕਿਹੜਾ ਸੀਗਾ, ਨੈਲਸਨ ਮੰਡੇਲਾ ਸੀ ਜਿਹੜਾ ਉਹਨੇ ਕੀ ਕੀਤਾ ਸੀ, ਪ੍ਰੋਟੈਸਟਰ ਨਾਲ ਇਸ ਲਾਅ ਦੇ ਵਿਰੁੱਧ ਲੜਾਈ ਕੀਤੀ ਸੀ ਤੇ ਦਿਸ ਸਕਸੀਡਡ ਐਂਡ ਇਨ 1994 ਸਾਊਥ ਅਫਰੀਕਾ ਬਿਕਮ ਏ ਡੈਮੋਕ੍ਰੈਟਿਕ ਕੰਟਰੀ। ਇੱਕ ਚੀਜ਼ ਦੇਖੋ, 1976 ਦੇ ਵਿੱਚ ਹੈਕਟਰ ਨੇ ਪ੍ਰੋਟੈਸਟ ਕੀਤਾ ਸੀ ਤੇ ਉਹਦੀ ਗੋਲੀ ਮਾਰ ਦਿੱਤੀ ਸੀ ਤੇ 1994 ਹੋ ਗਏ ਸੀ ਜਦੋਂ ਸਾਊਥ ਅਫਰੀਕਾ ਦੇ ਵਿੱਚ ਇੱਕ ਡੈਮੋਕ੍ਰੈਟਿਕ ਕੰਟਰੀ ਬਣੀ ਹੈ। ਤਾਂ ਕਿੰਨੇ ਸਾਲ ਲੱਗ ਚੁੱਕੇ ਨੇ ਇਹਨਾਂ ਨੂੰ, ਇੱਕ ਤਰ੍ਹਾਂ ਕਰੀਬ 18 ਸਾਲ ਦੇ ਕਰੀਬ ਲੱਗ ਗਏ। ਹਾਂ, 18 ਸਾਲ ਲੱਗ ਗਏ ਇਹਨਾਂ ਨੂੰ ਆਪਦੀ ਡੈਮੋਕ੍ਰੈਟਿਕ ਕੰਟਰੀ ਬਣਾਉਣ ਲਈ। ਓਕੇ, ਦੇਖੋ ਅੱਗੇ, ਇਨ ਇੰਡੀਆ ਦਿਸ ਪੀਰੀਅਡ ਇਜ਼ 5 ਈਅਰ। ਜਿਹੜੇ ਡੈਮੋਕ੍ਰੈਟਿਕ
ਦਾ ਸਿਸਟਮ ਹੈ ਇੰਡੀਆ ਵਿੱਚ ਕਿੰਨੇ ਟਾਈਮ ਦਾ 5 ਈਅਰ ਦਾ ਹੈ। ਵੰਸ ਇਲੈਕਟਡ ਗਵਰਨਮੈਂਟ ਕੈਨ ਬੀ ਸਟੇ ਇਨ ਪਾਵਰ ਓਨਲੀ ਫॉर दैट ਪੀਰੀਅਡ। ਜਦੋਂ ਕੋਈ ਪਰਸਨ ਹੈ ਇਲੈਕਟ ਹੋ ਗਿਆ, ਕੋਈ ਗਵਰਨਮੈਂਟ ਇਲੈਕਟ ਹੋਗੀ, ਉਹ ਉਸ ਟਾਈਮ ਤੱਕ ਹੀ ਰਾਜ ਕਰ ਸਕਦੀ ਹੈ, ਇੱਕ ਫਿਕਸ ਟਾਈਮ ਹੈ। ਇਫ ਦੇ ਵਾਂਟ ਟੂ ਕੰਟੀਨਿਊ ਟੂ ਬੀ ਇਨ ਪਾਵਰ then they have to re-elect by people। ਜੇ ਉਹਨਾਂ ਨੇ ਦੁਬਾਰਾ ਤੋਂ ਸੱਤਾ ਵਿੱਚ ਆਉਣਾ, ਉਹਨਾਂ ਨੂੰ ਕੀ ਹੋਣਾ ਪਊ, ਰੀ-ਇਲੈਕਟ ਹੋਣਾ ਪਊ ਲੋਕਾਂ ਦੁਆਰਾ। ਓਕੇ, ਦਿਸ ਇਜ਼ ਮੂਵਮੈਂਟ ਵੈਨ ਪੀਪਲ ਕੈਨ ਸੈਂਸ ਦੇਅਰ ਪਾਵਰ ਇਨ ਡੈਮੋਕ੍ਰੇਸੀ। ਇਹਦੇ ਵਿੱਚ ਕੀ ਹੁੰਦਾ, ਜਿਹੜੇ ਲੋਕ ਨੇਗੇ ਉਹ ਆਪਦੀ ਪਾਵਰ ਨੂੰ, ਉਹਨਾਂ ਨੂੰ ਪਤਾ ਲੱਗਦਾ ਵੀ ਉਹਨਾਂ ਕੋਲ ਪਾਵਰ ਹੈ, ਉਹ ਕਿਸੇ ਨੂੰ ਵੀ ਜਿਤਾ ਸਕਦੇ ਨੇ, ਕਿਸੇ ਨੂੰ ਵੀ ਹਰਾ ਸਕਦੇ ਨੇ। ਇਨ ਦਿਸ ਵੇ ਦਾ ਪਾਵਰ ਆਫ ਗਵਰਨਮੈਂਟ ਗੈਟ ਲਿਮਟਿਡ ਬਾਈ ਰੈਗੂਲਰ ਇਲੈਕਸ਼ਨ। ਇਹਦੇ ਵਿੱਚ ਨਾਲ ਕੀ ਹੁੰਦਾ ਹੈਗਾ, ਜਿਹੜੀ ਗਵਰਨਮੈਂਟ ਦੀ ਜਿਹੜੀ ਪਾਵਰਸ ਨੇ ਉਹ ਲਿਮਟਿਡ ਰਹਿੰਦੀਆਂ ਨੇ, ਗਵਰਨਮੈਂਟ ਤਾਨਾਸ਼ਾਹੀ ਨਹੀਂ ਹੁੰਦੀ। ਓਕੇ ਨਾ, ਅੱਗੇ ਦੇਖੋ ਅਦਰ ਵੇਜ਼ ਆਫ ਪਾਰਟੀਸਪੇਟਿੰਗ। ਇਲੈਕਸ਼ਨ ਆਰ ਯੂਜ਼ਲੀ ਹੈਲਡ ਵੰਸ ਇਨ 5 ਈਅਰਸ। ਜਿਹੜੀ ਇਲੈਕਸ਼ਨ ਹੁੰਦੀਆਂ ਨੇ ਸਾਲ ਦੇ ਵਿੱਚ 5 ਸਾਲ ਬਾਅਦ ਹੁੰਦੀਆਂ ਨੇ। ਬਿਸਾਈਡਸ ਵੋਟਿੰਗ ਦੇਰ ਆਰ ਅਦਰ ਵੇਜ਼ ਆਫ ਪਾਰਟੀਸਪੇਟਿੰਗ ਇਨ ਪ੍ਰੋਸੈਸ ਆਫ ਗਵਰਨਮੈਂਟ। ਪੀਪਲ ਪਾਰਟੀਸਪੇਟ ਬਾਈ ਟੇਕਿੰਗ ਇੰਟਰਸਟ ਇਨ ਵਰਕਿੰਗ ਆਫ ਗਵਰਨਮੈਂਟ ਐਂਡ ਬਾਈ ਕ੍ਰਿਟੀਸਾਈਜ਼ਿੰਗ ਇਟ ਵੈਨ ਇਟ ਰਿਕੁਆਇਰਸ। ਕੀ ਜੋ ਪੀਪਲ ਨੇਗੇ ਗੌਰਮੈਂਟ ਨਾਲ ਸਾਥ ਦਿੰਦੇ ਨੇ, ਅਤੇ ਜਦੋਂ ਕੋਈ ਗੌਰਮੈਂਟ ਦੀ ਅਲੱਗ ਚੀਜ਼ ਹੁੰਦੀ ਤਾਂ ਲੋਕੀ ਨੇ ਉਹਨੂੰ ਕ੍ਰਿਟੀਸਾਈਜ਼ ਵੀ ਕਰਦੇ ਨੇ। ਇਨ ਅਗਸਤ 2005 ਵੈਨ ਪਰਟੀਕੂਲਰ ਗੌਰਮੈਂਟ ਇਨਕਰੀਜ਼ ਦ ਮਨੀ ਪੀਪਲ ਹੈਡ ਟੂ ਪੇ ਫॉर ਇਲੈਕਟ੍ਰੀਸਿਟੀ, ਪੀਪਲ ਐਕਸਪ੍ਰੈਸ ਦੇਅਰ ਡਿਸਅਪਰੂਵਲ ਵੈਰੀ ਸ਼ਾਰਪਲੀ। 2005 ਵਿੱਚ ਕੀ ਸੀ, ਜਿਹੜੇ ਗੌਰਮੈਂਟ ਸੀਗੀ ਉਹਨੇ ਕੀ ਸੀਗਾ, ਇਲੈਕਟ੍ਰੀਸਿਟੀ ਪੇ ਸੀ ਜਿਹੜਾ ਉਹ ਇੰਕਰੀਜ਼ ਕਰਤਾ ਸੀ, ਤਾਂ ਜਿਹੜੇ ਲੋਕ ਸੀ ਲੋਕਾਂ ਨੇ ਇਹਦਾ ਬਹੁਤ ਜ਼ਿਆਦਾ ਵਿਰੋਧ ਜਤਾਇਆ ਸੀਗਾ। ਓਕੇ, ਦੇ ਟੁੱਕ ਆਊਟ ਰੈਲੀਜ਼ ਐਂਡ ਔਰਗੇਨਾਈਜ਼ ਅ ਸਿਗਨੇਚਰ ਕੈਂਪੇਨ। ਦ ਗਵਰਨਮੈਂਟ ਟਰਾਈਜ਼ ਟੂ ਐਕਸਪਲੇਨ ਐਂਡ ਡਿਫੈਂਡ ਦੇਅਰ ਡਿਸੀਜਨ। ਜਿਹੜੇ ਗਵਰਨਮੈਂਟ ਹੈਗੀ ਹੈ ਉਹ ਆਪਦੇ ਆਪ ਨੂੰ ਡਿਫੈਂਡ ਕਰਨ ਦੀ ਟਰਾਈ ਕਰਦੀ ਹੈ, ਬਟ ਫਾਈਨਲੀ ਲਿਸਨ ਟੂ ਦ ਪੀਪਲਸ ਓਪੀਨੀਅਨ। ਇਸ ਵਾਰ ਕੀ ਸੀ, ਓਬਵੀਅਸਲੀ ਲੋਕਾਂ ਦੀ ਸਰਕਾਰ ਹੈ ਤਾਂ ਲੋਕਾਂ ਦੀ ਸੁਣਨੀ ਪਊਗੀ। ਐਂਡ ਵਿਡਰਿਊ ਦਾ ਇੰਕਰੀਜ਼, ਤਾਂ ਜਿਹੜਾ ਇਲੈਕਟ੍ਰੀਸਿਟੀ ਬਿੱਲ ਵਿੱਚ ਇੰਕਰੀਜ਼ ਕੀਤਾ ਸੀ ਉਹ ਕੀ ਹੈ, ਵਾਪਸ ਲੈਣਾ ਪਿਆ। The government had to change its decision because it is responsible to the people। क्योंकि यही सारा की है लोगों नाल ही सब कुछ चलता है। Conflicts occur when people of different culture, regions or economic backgrounds do not get along with each other। देखो ਜਿਹੜਾ ਅਲੱਗ-ਅਲੱਗ ਧਰਮ ਦੇ, ਅਲੱਗ-ਅਲੱਗ ਜਾਤ ਦੇ, ਇਕਨੋਮਿਕ ਅਲੱਗ-ਅਲੱਗ ਲੋਕ ਨੇਗੇ ਆਪਸ ਇਕੱਠੇ ਹੁੰਦੇ ਨੇ ਤਾਂ ਕੰਫਲਿਕਟਸ ਪੈਦਾ ਹੁੰਦੇ ਨੇ, ਉਹਨਾਂ ਵਿੱਚ ਤਕਰਾਰ ਪੈਦਾ ਹੁੰਦੇ ਨੇ। ਔਰ ਵੈਨ ਸਮ ਅਲੋਂਗ ਦੈਮ ਫੀਲ ਦੇ ਆਰ ਬੀਂਗ ਡਿਸਕ੍ਰਿਮੀਨੇਟਡ ਅਗੇਂਸਟ। ਅਤੇ ਹੋਰ ਕਦੋਂ ਕੰਫਲਿਕਟ ਹੁੰਦੇ ਨੇ, ਜਦੋਂ ਉਹਨਾਂ ਨੂੰ ਫੀਲ ਹੁੰਦਾ ਕਿ ਉਹਨਾਂ ਨਾਲ ਭੇਦਭਾਵ ਕੀਤਾ ਜਾ ਰਿਹਾ, ਡਿਸਕ੍ਰਿਮੀਨੇਟ ਕੀਤਾ ਜਾ ਰਿਹਾ। ਪੀਪਲ ਮੇ ਯੂਜ਼ ਵਾਇਲੈਂਟ ਮੈਨ ਟੂ ਸੈਟਲ ਦੇਅਰ ਡਿਫਰੈਂਸ। ਦਿਸ ਲੀਡ ਟੂ ਫੀਅਰ ਐਂਡ ਟੈਂਸ਼ਨ ਅਮੰਗ ਅਦਰ ਲਿਵਿੰਗ ਇਨ ਐਨ ਏਰੀਆ। ਇਹਦੇ ਨਾਲ ਕੀ ਹੁੰਦਾ, ਬਾਕੀ ਜਿਹੜੇ ਉੱਥੋਂ ਦੇ ਰਹਿਣ ਵਾਲੇ ਲੋਕ ਹੁੰਦੇ ਉਹਨਾਂ ਵਿੱਚ ਡਰ ਦਾ ਮਾਹੌਲ ਪੈਦਾ ਕਰ ਦੇਗਾ। ਦ ਗੌਰਮੈਂਟ ਇਜ਼ ਰਿਸਪੋਂਸੀਬਲ ਫॉर ਹੈਲਪਿੰਗ ਟੂ ਰਿਜ਼ੋਲਵ ਕਨਫਲਿਕਟ। ਜਿਹੜਾ ਗੌਰਮੈਂਟ ਦਾ ਹੁੰਦਾ ਕਿ ਜ਼ਿੰਮੇਵਾਰ ਹੁੰਦੀ ਕਿ ਗੌਰਮੈਂਟ ਇਹ ਸਾਰੇ ਕੰਫਲਿਕਟਸ ਨੇ, ਇਹ ਸਾਰੇ ਟਕਰਾਰ ਨੇ, ਇਹਨਾਂ ਨੂੰ ਸੈਟਲ ਕਰਨ ਦੀ ਟਰਾਈ ਕਰੇ। ਰਿਲੀਜੀਅਸ possession ਐਂਡ ਸੈਲੀਬ੍ਰੇਸ਼ਨ ਕੈਨ ਸਮਟਾਈਮਸ ਲੀਡ ਟੂ ਕਨਫਲਿਕਟ। ਜਿਹੜੇ ਰਿਲੀਜੀਅਸ ਪ੍ਰੋਸੈਸ਼ਨ ਜਾਂ ਫਿਰ ਸੈਲੀਬ੍ਰੇਸ਼ਨ ਉਹਨਾਂ ਨੂੰ ਮਨਾਉਣ ਦਾ ਤਰੀਕਾ ਹੈ, ਇਹ ਵੀ ਕਈ ਵਾਰ ਕੰਫਲਿਕਟ ਦਾ, ਟਕਰਾਰ ਦਾ ਜਾਂ ਲੜਾਈ ਦਾ ਕਾਰਨ ਬਣਦਾ ਹੈ। ਇਹ ਬਹੁਤ ਵਾਰ ਹੁੰਦਾ ਹੈਗਾ। ਫੋਰ ਐਗਜ਼ਾਮਪਲ ਦ ਰੂਟ ਆਫ ਪ੍ਰੋਸੈਸ਼ਨ ਟੇਕਸ ਅ ਮੈਨੀ ਲੀਡ ਟੂ ਕੰਫਲਿਕਟ। ਦ ਗੌਰਮੈਂਟ particularly the police play an important role in getting representatives of concerned community to meet and try to arrive at a solution. At times there is fear that violence may erupt with people throwing stone and trying to disturb the possession. The police is responsible for ensuring that violence does not take place। ਜਿਹੜਾ ਕੀ ਹੁੰਦਾ, ਕੋਈ ਵੀ ਦੋ ਜਾਤ ਜਾਂ ਫਿਰ ਕੋਈ ਦੋ ਧਰਮ ਦੇ ਲੋਕ ਨੇਗੇ ਆਪਸ ਵਿੱਚ ਮੀਟ ਹੁੰਦੇ ਨੇ ਤਾਂ ਉਹ ਕੀ ਕਰਦੇ ਨੇ, ਇੱਕ ਦੂਜੇ ਦੇ ਸਟੋਨਸ ਵਗੈਰਾ ਸਿੱਟਣ ਲੱਗ ਜਾਂਦੇ ਨੇ। ਓਕੇ, ਜਿਹਦੇ ਕਰਕੇ ਕੀ ਹੈਗਾ, ਭਗਦੜ ਮਚ ਜਾਂਦੀ ਹੈ, ਉਹਨਾਂ ਵਿੱਚ ਲੜਾਈ ਝਗੜਾ ਹੋਣ ਦਾ ਕਾਰਨ ਬਣ ਜਾਂਦਾ, ਜਿਹਦੇ ਕਰਕੇ ਕੀ ਹੈ, ਪੁਲਿਸ ਰਿਸਪੋਂਸੀਬਲ ਹੁੰਦੀ ਹੈ ਕਿ ਉਹ ਇਹੋ ਜਿਹਾ ਕੁਛ ਨਾ ਹੀ ਹੋਣ ਦੇਵੇ। ਓਕੇ, ਰੀਵਰਸ ਟੂ ਕੈਨ ਬਿਕਮ ਸੋਰਸ ਆਫ ਕੰਫਲਿਕਟ। ਜਿਹੜੇ ਰੀਵਰਸ ਨੇ ਇਹ ਵੀ ਆਪਣੇ ਕੰਫਲਿਕਟ ਦਾ ਕਾਰਨ ਬਣਦੀਆਂ ਨੇ। ਦੇਖੋ ਇਹਦੇ ਵਿੱਚ 3-4 ਕੁਐਸਚਨ ਕਵਰ ਹੋਣਗੇ। ਓਕੇ, देखो a river may begin in one state, flow through another and in third। ਜਿਹੜੀ ਕੋਈ ਇੱਕ ਰਿਵਰ ਹੈ, ਕਿਸੇ ਫਸਟ ਸਟੇਟ ਵਿੱਚ ਵਹਿੰਦੀ ਹੈ, ਦੂਸਰੀ ਸਟੇਟ ਵਿੱਚ ਫਲੋ ਕਰਦੀ, ਥਰਡ ਸਟੇਟ ਵਿੱਚ ਐਂਡ ਹੋ ਜਾਂਦੀ ਹੈ। ਦਿਸ ਸ਼ੇਅਰਿੰਗ ਆਫ ਵਾਟਰ ਰਿਵਰ ਬਿਟਵੀਨ ਡਿਫਰੈਂਟ ਸਟੇਟ ਦੈਟ ਦ ਰਿਵਰ ਗੋ ਥਰੂ ਬਿਕਮ ਐਨ ਇਸ਼ੂ ਆਫ ਕੰਫਲਿਕਟ।
ਜਿਹੜਾ ਹੁਣ ਰਿਵਰ ਹੈ, ਰਿਵਰ ਜਾ ਰਹੀ ਹੈ ਤਾਂ ਉਹਦਾ ਜਿਹੜਾ ਪਾਣੀ ਹੈ ਉਹ ਇੱਕ ਕੰਫਲਿਕਟ ਦਾ ਕਾਰਨ ਬਣਦਾ ਹੈ। ਫੋਰ ਐਗਜ਼ਾਮਪਲ ਯੂ ਹੈਵ ਹਰਡ ਅਬਾਊਟ ਕਾਵੇਰੀ ਵਾਟਰ ਡਿਸਪਿਊਟ, ਬਹੁਤ ਇੰਪੋਰਟੈਂਟ ਡਿਸਪਿਊਟ ਹੈ, ਬਹੁਤ ਵਾਰ ਪੁੱਛਣ ਦੇ ਪੇਪਰ ਦੇ ਵਿੱਚ, ਕੋਈ ਮਰਜ਼ੀ ਪੇਪਰ ਹੋਵੇ। ਓਕੇ, ਬਿਟਵੀਨ ਕਰਨਾਟਕਾ ਐਂਡ ਤਾਮਿਲਨਾਡੂ। ਕੁਐਸਚਨ ਕੀ ਪੁੱਛਣ ਦੇ, ਵਟ ਇਜ਼ ਕਾਵੇਰੀ ਡਿਸਪਿਊਟ। ਓਕੇ, ਉੱਥੇ ਸਟੇਟਸ ਪੁੱਛੀਆਂ ਜਾਂਦੀਆਂ ਨੇ, ਤਾਂ ਕਿਹੜੀ ਕਿਹੜੀ ਹੁੰਦੀਆਂ ਨੇ, ਕਰਨਾਟਕ ਤੇ ਤਾਮਿਲਨਾਡੂ। ਦ ਵਾਟਰ ਸਟੋਰਡ ਇਨ ਕ੍ਰਿਸ਼ਨਾ ਰਾਜਾ ਸਾਗਰ ਡੈਮ ਇਨ ਕਰਨਾਟਕ, ਜਿਹੜਾ ਵਾਟਰ ਹੈ ਜਿਹੜਾ ਉਹ ਕਿੱਥੇ ਸਟੋਰ ਕੀਤਾ ਜਾਂਦਾ, ਕ੍ਰਿਸ਼ਨਾ ਰਾਜਾ ਸਾਗਰ ਡੈਮ ਵਿੱਚ ਸਟੋਰ ਕੀਤਾ ਜਾਂਦਾ ਕਰਨਾਟਕ ਦੇ ਵਿੱਚ। ਐਂਡ ਯੂਜ਼ਡ ਫॉर ਇਰੀਗੇਸ਼ਨ ਅ ਨੰਬਰ ਆਫ ਡਿਸਟ੍ਰਿਕਟ ਐਂਡ ਫॉर ਮੀਟਿੰਗ ਨੀਡਸ ਆਫ ਦ ਸਿਟੀ ਆਫ ਬੈਂਗਲੁਰੂ। ਇਸ ਤੋਂ ਕੀ ਹੈ, ਇਹ ਪਾਣੀ ਨੂੰ ਅਲੱਗ-ਅਲੱਗ ਡਿਸਟ੍ਰਿਕਟਸ ਭੇਜਿਆ ਜਾਂਦਾ ਤੇ ਜਿਹੜੀ ਬੈਂਗਲੁਰੂ ਸਿਟੀ ਹੈ ਇਹਦੀ ਨੀਡ ਨੂੰ ਪੂਰਾ ਕੀਤਾ ਜਾਂਦਾ ਹੈ। The water stored in Mettur Dam in Tamil Nadu is used for crop growing in delta region of that state। ਪਰ ਜਿਹੜਾ ਇਸ ਦਾ ਜਿਹੜਾ ਪਾਣੀ ਹੈ, ਪਾਣੀ ਕਿੱਥੇ ਸਟੋਰ ਕੀਤਾ ਜਾਂਦਾ ਹੈ, ਮੈਟਿਊਰ ਡੈਮ ਦੇ ਵਿੱਚ, ਕਿੱਥੇ, ਤਾਮਿਲਨਾਡੂ ਦੇ ਵਿੱਚ। ਓਕੇ, ਕਾਹਦੇ ਵਾਸਤੇ ਯੂਜ਼ ਕੀਤਾ, ਕਰੋਪ ਉਗਾਉਣ ਵਾਸਤੇ ਤੇ ਡੈਲਟਾ ਰੀਜਨ ਦੇ ਵਿੱਚ। ਓਕੇ, ਹੁਣ ਉਰੇ ਕੀ ਕੀ ਕੁਐਸਚਨ ਬਣੇ ਨੇ, ਕਾਵੇਰੀ ਡਿਸਪਿਊਟ ਕਿਹੜੇ ਕਿਹੜੇ ਉਹਦੇ ਵਿੱਚ ਨੇ, ਸਟੇਟਸ ਦੇ ਵਿੱਚ ਹੈ। ਫਿਰ ਕ੍ਰਿਸ਼ਨਾ ਸਾਗਰ ਡੈਮ ਕਿਹੜੀ ਸਟੇਟ ਦੇ ਵਿੱਚ ਹੈ, ਕਰਨਾਟਕਾ ਦੇ ਵਿੱਚ ਹੈ। ਓਕੇ, ਮੈਟਿਊਰ ਡੈਮ ਕਿਹੜੇ ਦੇ ਵਿੱਚ ਹੈ, ਤਾਮਿਲਨਾਡੂ ਦੇ ਵਿੱਚ ਹੈ। ਫਿਰ ਹੋਰ ਕੀ ਹੈ, ਜਿਹੜਾ ਕ੍ਰਿਸ਼ਨਾ ਸਾਗਰ ਡੈਮ ਹੈ ਇਹ ਕਿਸ ਦੀ, ਕਿਹੜੀ ਮੇਜਰ ਸਿਟੀ ਦੀ ਨੀਡ ਪੂਰੀ ਕਰਦਾ, ਬੈਂਗਲੁਰੂ ਦੀ ਨੀਡ ਪੂਰੀ ਕਰਦਾ। ਤਾਂ ਇਹ ਕੁਝ ਕੁਐਸਚਨਸ ਹੁੰਦੇ ਨੇ ਚੈਪਟਰ ਦੇ ਵਿੱਚ ਜਿਹੜੇ ਕਵਰ ਹੁੰਦੇ ਨੇ। ਦ ਕੰਫਲਿਕਟ ਅਰਾਈਵਸ ਬਿਕੋਜ਼ ਬੋਥ ਡੈਮਸ ਆਰ ਔਨ ਸੇਮ ਰਿਵਰ। ਜਿਹੜੇ ਕੰਫਲਿਕਟ ਕਾਹਤੋਂ ਅਰਾਈਜ਼ ਹੁੰਦੇ, ਕਿਉਂਕਿ ਬੋਥ ਡੈਮ ਨੇ ਜਿਹੜੇ ਸੇਮ ਰਿਵਰ ਦੇ ਉੱਤੇ ਬਣੇ ਹੋਏ ਨੇ। The downstream dam in Tamil Nadu can only be filled up if water is released from upstream one located in Karnataka। ਹੁਣ ਓਬਵੀਅਸ ਜੇ ਉੱਪਰੋਂ ਪਾਣੀ ਜਿਵੇਂ ਡੈਮ ਰਿਵਰ ਹੈ, ਜੇ ਉਰੇ ਮੈंने ਬੰਨ ਲਾ ਰੱਖਿਆ ਹੈਗਾ, ਜੇ ਉਰੋਂ ਪਾਣੀ ਹੀ ਮੈਂ ਰੋਕ ਲਿਆ ਤਾਂ ਨੀਚੇ ਪਾਣੀ ਆਊਗਾ ਹੀ ਨਹੀਂ। ਤਾਂ ਜਿਹੜੇ ਕਰਨਾਟਕ ਹੈ, ਕਰਨਾਟਕ ਕੀ ਹੈ, ਉਰੇ ਪਾਣੀ ਰੋਕ ਲੈਂਦੀ ਹੈ। ਓਕੇ, therefore both states cannot get as much water as they need for people in their state। ਇਸ ਕਰਕੇ ਕਾਰਨ ਕੀ ਹੈ, ਕਿਉਂਕਿ ਜਿਹੜੀ ਬੋਥ ਸਟੇਟਸ ਨੇਗੀਆਂ ਉਹ ਆਪਦੇ ਲੋਕਾਂ ਦੇ ਪਾਣੀ ਦੀ ਜਿਹੜੀ ਨੀਡ ਹੈ ਉਹ ਪੂਰੀ ਨਹੀਂ ਕਰ ਸਕਦੀਆਂ। ਦਿਸ ਲੀਡਸ ਟੂ ਕਨਫਲਿਕਟ। ਦ ਸੈਂਟਰਲ ਗੌਰਮੈਂਟ ਹੈਜ਼ ਟੂ ਸਟੈਪ ਇਨ ਐਂਡ ਸੀ ਦੈਟ ਫੇਅਰ ਡਿਸਟਰੀਬਿਊਸ਼ਨ ਇਜ਼ ਵਰਕ ਆਊਟ ਫॉर ਬੋਥ ਸਟੇਟ। ਇਸ ਤੋਂ ਜਿਹੜੀ ਸੈਂਟਰ ਹੈਗੀ, ਸੈਂਟਰ ਇਹਨਾਂ ਦੇ ਮਾਮਲੇ 'ਚ ਐਂਟਰ ਕਰਦੀ ਤੇ ਇੱਕ ਡਿਸੀਜ਼ਨ ਕਰਦੀ ਕਿ ਬੋਥ ਨੇ ਜਿਹੜੇ ਇੱਕ ਪ੍ਰੋਪਰ ਡਿਸਟਰੀਬਿਊਸ਼ਨ ਹੋਵੇ ਦੋਹਾਂ ਸਟੇਟਸ 'ਚ, ਤਾਂ ਕਿ ਦੋਹਾਂ ਦੀ ਨੀਡ ਪੂਰੀ ਹੋ ਸਕੇ। ਓਕੇ, ਬਟ ਇਹ ਹਜੇ ਤੱਕ ਰਿਜ਼ੋਲਵ ਨਹੀਂ ਹੋਇਆ, ਇਹ ਮੇਜਰ ਡਿਸਪਿਊਟ ਹੈ। ਇਕੁਐਲਿਟੀ ਐਂਡ ਜਸਟਿਸ। One of the key idea of democratic government is its commitment to equality and justice। Equality and justice are inseparable। ਜਿਹੜੇ ਇਹ ਨੇਗੇ equality and justice ਨੇ, ਇਹਨਾਂ ਨੂੰ ਅਸੀਂ separate ਨਹੀਂ ਕਰ ਸਕਦੇ। ਦੇਖੋ, in the early practice of untouchability is now banned by the law। ਪੁਰਾਣੇ ਟਾਈਮ ਦੇ ਵਿੱਚ ਜਿਹੜੀ ਛੂਤ-ਛਾਤ ਸੀਗੀ ਇਹ ਸੀਗੀ ਕਿ ਕਿਸੇ ਵੀ ਨੀਵੀਂ ਜਾਤ ਦੇ ਪਰਸਨ ਨੇ ਉੱਪਰ ਜਾਤ ਦੇ ਪਰਸਨ ਨੂੰ ਹੱਥ ਨਹੀਂ ਲਾਉਣਾ ਜਾਂ ਜੋ ਵੀ ਸੀ, ਬਟ ਅੱਜ ਦੇ ਟਾਈਮ 'ਚ ਕੀ ਇਹ ਸਭ ਬੈਨ ਹੈਗਾ। ਦਿਸ ਗਰੁੱਪ ਆਫ ਪੀਪਲ ਵਰ ਡਿਨਾਈਡ ਐਜੂਕੇਸ਼ਨ, ਟਰਾਂਸਪੋਰਟ ਔਰ ਮੈਡੀਕਲ ਫੈਸਿਲਿਟੀਜ਼ ਐਂਡ ਈਵਨ ਦ ਚਾਂਸ ਆਫ ਆਫਰ ਪ੍ਰੇਅਰਸ। ਜਿਹੜੇ ਇਹ ਲੋਕ ਸੀਗੇ ਜੋ ਲੋਅਰ ਕਾਸਟ ਦੇ ਸੀਗੇ, ਇਹਨਾਂ ਨੂੰ ਐਜੂਕੇਸ਼ਨ ਹੋਈ, ਕਿਤੇ ਵੀ ਬੱਸ ਜਾਂ ਗੱਡੀ ਵਿੱਚ ਜਾਣਾ, ਕੋਈ ਵੀ ਮੈਡੀਕਲ ਫੈਸਿਲਿਟੀਜ਼, ਈਵਨਲੀ ਮੰਦਰ ਵਿੱਚ ਜਾਣਾ ਵੀ ਅਲਾਉਡ ਨਹੀਂ ਸੀਗਾ। ਓਕੇ, Dr. Ambedkar, who have read about earlier in this book, and many other like him realized that such practice should be continued and that justice can only be achieved when people are treated equally। अपन जिमें बुक ਦੇ ਵਿੱਚ ਪਹਿਲਾਂ ਹੀ ਦੇਖਿਆਗਾ ਕਿ ਜਿਹੜੇ ਪਹਿਲਾਂ ਸੀਗੇ ਆਪਣੇ ਅੰਬੇਦਕਰ ਸਾਹਿਬ ਨੇ ਇਹਨਾਂ ਨੇ ਕੀ ਰਿਲਾਈਜ਼ ਕੀਤਾ ਕਿ ਇਹ ਸਭ ਚੀਜ਼ ਹੈ ਇਹ ਗਲਤ ਹੈ ਕਿ ਸਭ ਨੂੰ ਇਕੁਅਲ ਟ੍ਰੀਟ ਹੋਣਾ ਚਾਹੀਦਾ ਹੈ। ਗੌਰਮੈਂਟ ਆਲਸੋ ਰਿਕਗਨਾਈਜ਼ ਦਿਸ। ਜਿਹੜੀ ਗੌਰਮੈਂਟ ਸੀਗੀ ਉਹਨੇ ਇਹ ਦੇਖਿਆ ਵੀ ਹਾਂ ਇਹ ਸਹੀ ਹੈ ਐਂਡ ਮੇਕ ਸਪੈਸ਼ਲ ਪ੍ਰੋਵੀਜ਼ਨਸ ਫॉर ਗਰੁੱਪ ਵਿਦ ਇਨ ਸੋਸਾਇਟੀ ਦੈਟ ਆਰ ਅਨਇਕੁਅਲ। ਇਸ ਵਾਰ ਕਿਸੇ ਇਹਦੇ ਲਈ ਕੀ ਕੀਤਾ ਕਿ ਉਹਨਾਂ ਲਈ ਸਪੈਸ਼ਲ ਪ੍ਰੋਵੀਜ਼ਨ ਬਣਾਏ ਵੀ ਇਹ ਸਪੈਸ਼ਲ ਇੱਕ ਪਰਸਨ ਲਈ ਤਾਂ ਕਿ ਇਹਨਾਂ ਲਈ ਇਕੁਐਲਿਟੀ ਬਣੀ ਰਹੇ। For instance, in our society, there is general tendency to value and care of boy child or a girl child। ਇਸ ਕਰਕੇ ਕੀ ਹੈ ਆਪਣੇ ਸਮਾਜ ਵਿੱਚ ਬॉयਜ਼ ਤੇ ਗਰਲਸ ਦੇ ਵਿੱਚ ਵੀ ਬਹੁਤ ਸਾਰੀ ਇਨਇਕੁਐਲਿਟੀਜ਼ ਆਉਂਦੀਆਂ ਨੇਗੀਆਂ, ਜਿਵੇਂ ਕਿ ਕੀ ਹੈ ਬॉयਜ਼ ਨੂੰ ਜ਼ਿਆਦਾ ਪ੍ਰਾਇੋਰਟੀ ਦਿੱਤੀ ਐਜ਼ ਕੰਪੇਅਰ ਟੂ ਗਰਲਸ। ਦਿਸ ਮੀਨ ਦੈਟ ਸੋਸਾਇਟੀ ਡਜ਼ ਨਾਟ ਵੈਲਿਊ ਗਰਲਸ ਐਂਡ ਬॉय ਚਾਈਲਡ ਇਕੁਅਲੀ ਐਂਡ ਦਿਸ ਇਜ਼ ਇਨਜਸਟਿਸ। ਆਪਣੀ ਸੋਸਾਇਟੀ ਵਿੱਚ ਜਿਹੜੀ ਬॉयਜ਼ ਤੇ ਗਰਲਸ ਨੂੰ ਪ੍ਰੋਪਰ ਇਕੁਐਲਿਟੀ ਨਹੀਂ ਦਿੱਤੀ ਤੇ ਇਨਜਸਟ ਹੈ ਵੀ ਇਹ ਪ੍ਰੋਪਰ ਸਹੀ ਚੀਜ਼ ਨਹੀਂ ਹੈਗੀ।
In this context, the government step in to promote justice by providing special provision that can enable girl to overcome the injustice that they are subjected to। ਜਿਹਦੇ ਨਾਲ ਕੀ ਹੈ ਸਟੈਪਸ ਚੁੱਕੇ ਹਨ ਜਿਹਦੇ ਨਾਲ ਕੀ ਹੈ ਗਰਲਸ ਨੂੰ ਕੀ ਹੈ ਇਨਜਸਟਿਸ ਤੋਂ ਬਾਹਰ ਕੀਤਾ ਜਾਵੇ। ਜਿਵੇਂ ਕਿ ਗਰਲਸ ਦੀ ਜਿਵੇਂ ਫੀਸ ਵਗੈਰਾ ਇਹ ਘੱਟ ਕੀਤੀ ਜਾਂਦੀ ਹੈ, ਗੌਰਮੈਂਟ ਕਾਲਜ ਹੋਏ ਸਕੂਲਸ ਹੋਏ ਉਹਨਾਂ ਵਿੱਚ ਕੀ ਹੈਗੀ ਉਹਨਾਂ ਦੀ ਸੀਟਸ ਰਿਜ਼ਰਵ ਕੀਤੀਆਂ ਜਾਂਦੀਆਂ ਨੇ, ਉਹਨਾਂ ਦੀ ਨੌਕਰੀਆਂ ਰੱਖੀਆਂ। ਤਾਂ ਇਹ ਸਭ ਚੀਜ਼ਾਂ ਨੇ ਤਾਂ ਕਿ ਕੀ ਹੈ ਗਰਲਸ ਦੀ ਕੀ ਹੈ ਪੋਜੀਸ਼ਨ ਨੂੰ ਸੁਧਾਰਿਆ ਜਾ ਸਕੇ। ਹੁਣ MCQ ਸ਼ੁਰੂ ਹੁੰਦੇ ਨੇ ਓਕੇ ਇਸ ਚੈਪਟਰ ਨਾਲ ਰਿਲੇਟਡ। ਵਟ ਡਸ ਐਪੇਥਾਈਡ ਮੀਨ, ਜਿਹੜੇ ਐਪੇਥਾਈਡ ਹੈ ਇਹਦਾ ਮਤਲਬ ਕੀ ਹੈ ਸੈਪਰੇਸ਼ਨ। ਓਕੇ ਸਾਊਥ ਅਫਰੀਕਾ ਦੀ ਲੋਕਲ ਲੈਂਗੁਏਜ ਕੀ ਹੈ ਜ਼ੁਲੂ। ਓਕੇ ਆਪਾਂ ਨੇ ਪਹਿਲਾਂ ਹੀ ਪੜ੍ਹਿਆ। ਵੈਨ ਡਿਡ ਸਾਊਥ ਅਫਰੀਕਾ ਬਿਕਮ ਡੈਮੋਕ੍ਰੈਟਿਕ ਕੰਟਰੀ, ਸਾਊਥ ਅਫਰੀਕਾ ਡੈਮੋਕ੍ਰੈਟਿਕ ਕੰਟਰੀ ਕਦੋਂ ਬਣੀ ਹੈ 1994 ਦੇ ਵਿੱਚ। ਡਿਸਪਿਊਟ ਬਿਟਵੀਨ ਕਰਨਾਟਕ ਐਂਡ ਤਾਮਿਲਨਾਡੂ was for water river, ਕਿਹੜੀ ਰਿਵਰ ਕਰਕੇ ਇਹ ਡਿਸਪਿਊਟ ਹੈ ਕਾਵੇਰੀ ਰਿਵਰ ਕਰਕੇ। ਓਕੇ ਵਿਚ ਡੈਮ ਇਜ਼ ਯੂਜ਼ ਕਰਨਾਟਕ ਫॉर ਇਰੀਗੇਸ਼ਨ, ਕਰਨਾਟਕ ਕਿਹੜੀ ਡੈਮ ਯੂਜ਼ ਕਰਦਾ ਹੈ ਕ੍ਰਿਸ਼ਨਾ ਸਾਗਰ ਡੈਮ। ਓਕੇ ਫੈਟਰਨਿਟੀ ਮੀਨਸ, ਫੈਟਰਨਿਟੀ ਦਾ ਕੀ ਮਤਲਬ ਹੁੰਦਾ ਹੈ ਗਰੁੱਪ ਆਫ ਪੀਪਲ ਸ਼ੇਅਰਿੰਗ ਕਾਮਨ ਪ੍ਰੋਫੈਸ਼ਨ ਔਰ ਇੰਟਰਸਟ। ਜਿਹੜੇ ਸਾਰੇ ਪੀਪਲ ਨੇਗੇ ਗਰੁੱਪ ਹੈਗਾ ਉਹ ਕੀ ਹੈ ਸੇਮ ਪ੍ਰੋਫੈਸ਼ਨ ਜਾਂ ਫਿਰ ਇੰਟਰਸਟ ਹੈ ਉਹ ਸ਼ੇਅਰ ਕਰ। ਓਕੇ ਨੈਕਸਟ ਦੇਖੋ ਨੈਲਸਨ ਮੰਡੇਲਾ ਵਾਸ ਲੀਡਰ ਆਫ, ਨੈਲਸਨ ਮੰਡੇਲਾ ਕਿਹਦਾ ਲੀਡਰ ਸੀਗਾ ਅਫਰੀਕਨ ਨੈਸ਼ਨਲ ਕਾਂਗਰਸ ਦਾ। ਓਕੇ ਅੱਗੇ ਦੇਖੋ The quote flow of Kaveri dispute being a center of hatred conflict between two states for a last, ਜਿਹੜਾ ਕਵੇਰੀ ਡਿਸਪਿਊਟ ਹੈ ਇਹ ਕਿੰਨੇ ਟਾਈਮ ਤੋਂ ਗਰਮ ਚੱਲ ਰਿਹਾ ਹੈਗਾ, ਇਹ ਕਾਫੀ ਜ਼ੋਰ ਸ਼ੋਰ ਨਾਲ ਹੈ ਤਾਂ 30 years ਤੋਂ ਚੱਲ ਰਿਹਾ ਇਹ ਕੰਫਲਿਕਟ। ਓਕੇ ਇਟ ਇਜ਼ ਅ ਕੰਡੀਸ਼ਨ ਇਨ ਵਿਚ ਆਲ ਸਿਟੀਜ਼ਨਸ ਆਰ ਗਰੈਂਟਿਡ ਟੂ ਡੀਸੈਂਟ ਸਟੈਂਡਰਡ ਆਫ ਲਾਈਫ। ਕਿਹੜੀ ਕੰਡੀਸ਼ਨ ਹੁੰਦੀ ਜਿਹਦੇ ਵਿੱਚ ਸਿਟੀਜ਼ਨਸ ਨੂੰ ਕੀ ਹੈ ਡੀਸੈਂਟ ਇੱਕ ਵਧੀਆ ਸਟੈਂਡਰਡ ਆਫ ਲਿਵਿੰਗ ਦਿੱਤਾ ਜਾਊਗਾ ਤੇ ਹੁੰਦਾ ਇਕਨੋਮਿਕ ਜਸਟਿਸ। ਓਕੇ ਅਨਟਚੇਬਿਲਿਟੀ ਹੈ ਇਹ ਕਿਹੜੇ ਲੋ ਦੇ ਅੰਦਰ ਆਉਂਦੀ ਹੈ ਇਹ 17 ਲੋ ਦੇ ਅੰਦਰ ਆਉਂਦੀ ਹੈ। ਓਕੇ ਆਰਟੀਕਲ ਨੰਬਰ 17। ਥੈਂਕ ਯੂ एवरीवन। ਇਹ ਚੈਪਟਰ 4 ਸੀਗਾ ਆਪਣਾ ਪੋਲਿਟੀ ਦਾ ਜੋ ਖਤਮ ਹੁੰਦਾ। ਮਿਲਦੇ ਨੈਕਸਟ ਵੀਡੀਓ ਦੇ ਵਿੱਚ।